ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਭ ਤਾਰੀਫਾਂ ਰੱਬ ਕਰੀਮ ਵਾਸਤੇ। ਪੰਜਾਬੀ ਮਿੰਨੀ ਕਹਾਣੀਆਂ ਦਾ ਪਰਾਗਾ ਜ਼ਹਿਰ ਜ਼ਮੀਨ ਵਿੱਚੋਂ, ਕਹਾਣੀ ਨੰਬਰ 3 ਅਤੇ ਕਹਾਣੀ ਦਾ ਨਾਂ ਜਾਜੀ। ਆਓ ਹੁਣ ਅਸੀਂ ਇਸ ਕਹਾਣੀ ਨੂੰ ਸੁਣੀਏ। आप देख रहे हैं PFG न्यूज़। ਡਾਕਟਰ ਸਾਹਿਬ, ਮੇਰਾ ਪੁੱਤ ਠੀਕ ਤੇ ਹੋ ਜਾਵੇਗਾ ਨਾ? ਮਾਂ ਨੇ ਡਾਕਟਰ ਨੂੰ ਉਹਦੀ ਫੀਸ ਦੇ ਪੈਸੇ ਫੜਾਉਂਦੇ ਹੋਏ ਪੁੱਛਿਆ। ਤੁਸੀਂ ਬਾਕਾਇਦਗੀ ਨਾਲ ਇਹ ਦਵਾਈ ਦਿੰਦੇ ਰਹੋ ਅਤੇ ਪੂਰੇ 3 ਮਹੀਨੇ ਇਲਾਜ ਕਰਾਉਂਦੇ ਰਹੋ ਅਤੇ ਅੱਲਾ ਸ਼ਫਾ ਦੇਗਾ। ਅਗਲੇ ਹਫਤੇ ਮੁੰਡੇ ਨੂੰ ਲੈ ਕੇ ਫੇਰ ਆਉਣਾ ਜੇ। ਇਹ ਮਿਰਗੀ ਦਾ ਰੋਗ ਏ। ਅਤੇ ਜਿਉਂ-ਜਿਉਂ ਡਾਕਟਰ ਦੀ ਦਵਾਈ ਦਿੱਤੀ ਜਾਣ ਲੱਗੀ, ਆਰਾਮ ਆਉਣ ਦੀ ਬਜਾਏ ਸੈਫੁੱਲਾ ਦਾ ਮਰਜ਼ ਅੱਗੇ ਨਾਲੋਂ ਬਹੁਤਾ ਵਧਣਾ ਸ਼ੁਰੂ ਹੋ ਗਿਆ। ਪਹਿਲੇ ਦੂਜੇ ਤੀਸਰੇ ਦਿਹਾੜੇ ਇੱਕ ਵਾਰੀ ਸੈਫੁੱਲਾ ਖਲੇ ਖਲੋਤੇ ਜ਼ਮੀਨ 'ਤੇ ਜਾ ਡਿੱਗਦਾ ਸੀ, ਫਿਰ ਰੋਜ਼, ਅਤੇ ਹੁਣ ਤਾਂ ਦਿਹਾੜੀ ਵਿੱਚ 2 ਅਤੇ ਕਦੀ 3 ਵਾਰੀ ਦੌਰਾ ਪੈਣਾ ਸ਼ੁਰੂ ਹੋ ਗਿਆ। ਸੈਫੁੱਲਾ ਮੇਰੇ ਤੋਂ ਸਿਰਫ 10 ਮਿੰਟ ਛੋਟਾ ਸੀ। ਅਸੀਂ ਦੋਵੇਂ ਭੈਣ ਭਰਾ ਜੁੜਵਾਂ ਸਾਂ। ਮੇਰੇ ਤੋਂ ਆਪਣੇ ਵੀਰ ਦੀ ਇਹ ਹਾਲਤ ਵੇਖੀ ਨਹੀਂ ਸੀ ਜਾਂਦੀ। ਮੈਂ ਮਾਂ ਨੂੰ ਆਖਦੀ, ਇਸ ਡਾਕਟਰ ਦੀ ਦਵਾਈ ਨਾਲ ਸੈਫੁੱਲਾ ਨੂੰ ਆਰਾਮ ਨਹੀਂ ਆ ਰਿਹਾ ਏ, ਤੂੰ ਇਸ ਨੂੰ ਸ਼ਹਿਰ ਲੈ ਜਾ ਅਤੇ ਕਿਸੇ ਚੰਗੇ ਜਿਹੇ ਡਾਕਟਰ ਨੂੰ ਵਿਖਾ। ਇਹ ਪਿੰਡ ਦਾ ਡਾਕਟਰ ਵੀ ਕੋਈ ਡਾਕਟਰ ਏ ਜਿਹੜਾ ਆਪਣੀ ਦੁਕਾਨ ਵਿੱਚ ਸਬਜ਼ੀ ਵੀ ਵੇਚਦਾ ਏ, ਨਾਲੇ ਮਨਿਆਰੀ ਦਾ ਸਮਾਨ ਵੀ। ਮੈਂ ਅੱਜ ਫੇਰ ਸੈਫੁੱਲਾ ਨੂੰ ਜ਼ਮੀਨ ਤੋਂ ਚੁੱਕ ਕੇ ਮੰਜੀ 'ਤੇ ਪਾਉਂਦਿਆਂ ਹੋਇਆ ਆਖਿਆ। ਮਾਂ ਨੇ ਮੇਰੀ ਗੱਲ ਸੁਣ ਕੇ ਮੈਨੂੰ ਫੇਰ ਰੁੱਖੀ ਤਸੱਲੀ ਦਿੱਤੀ। ਪੁੱਤ, ਰਾਤੀ ਤੇਰਾ ਪਿਓ ਆਉਂਦਾ ਏ ਅਤੇ ਮੈਂ ਉਸ ਨਾਲ ਗੱਲ ਕਰਦੀ ਹਾਂ। ਸੈਫੁੱਲਾ ਨੇ 9ਵੀਂ ਦਾ ਇਮਤਿਹਾਨ ਬੜੇ ਵਧੀਆ ਨੰਬਰਾਂ ਨਾਲ ਪਾਸ ਕੀਤਾ ਸੀ। ਹੁਣ ਉਹ 10ਵੀਂ ਜਮਾਤ ਦਾ ਬੋਰਡ ਦਾ ਇਮਤਿਹਾਨ ਦੇਣ ਦੀ ਤਿਆਰੀ ਕਰ ਰਿਹਾ ਸੀ। ਸਕੂਲ ਦੇ ਸਾਰੇ ਮਾਸਟਰ ਸੈਫੁੱਲਾ ਨੂੰ ਬੜਾ ਪੜ੍ਹਾਕੂ ਮੁੰਡਾ ਆਖਦੇ ਸਨ। ਕਲਾਸ ਵਿੱਚ ਜਦੋਂ ਉਸ ਨੂੰ ਮਿਰਗੀ ਦਾ ਦੌਰਾ ਪੈਂਦਾ ਅਤੇ ਸਾਰਾ ਸਕੂਲ ਬਹੁਤ ਘਾਬਰ ਜਾਂਦਾ। ਨਾਲੇ ਹੈਡਮਾਸਟਰ ਹੋਰਾਂ ਨੇ ਅੱਬੇ ਹੋਰਾਂ ਨੂੰ ਸੈਫ ਦਾ ਇਲਾਜ ਸ਼ਹਿਰ ਦੇ ਚੰਗੇ ਡਾਕਟਰ ਕੋਲੋਂ ਕਰਾਉਣ ਬਾਰੇ ਕਈ ਵਾਰੀ ਆਖਿਆ ਵੀ ਸੀ। ਕੁਝ ਚਿਰ ਬਾਅਦ ਸੈਫੁੱਲਾ ਨੂੰ ਹੋਸ਼ ਆ ਗਿਆ ਅਤੇ ਉਸ ਅੱਖ ਖੋਲ੍ਹਦੇ ਹੀ ਮੈਨੂੰ ਪੁੱਛਿਆ, ਜਾਜੀ ਨੂੰ ਰੋਟੀ ਦਿੱਤੀ ਜੇ? ਚੁੱਲ੍ਹੇ ਵਿੱਚ ਪਵੇ ਤੇਰੀ ਜਾਜੀ, ਇਸ ਕਲਹਿਣੀ ਦੇ ਪਾਰੋਂ ਹੀ ਤੇ ਤੇਰੀ ਇਹ ਹਾਲਤ ਹੋਈ ਏ, ਇਸ ਕੋਲੋਂ ਹੀ ਤੇ ਤੈਨੂੰ ਇਹ ਬਿਮਾਰੀ ਲੱਗੀ ਏ। ਕੋਲ ਖਲੋਤੀ ਮਾਂ ਨੇ ਸੈਫੁੱਲਾ ਵੱਲ ਵੇਖਦੇ ਹੋਏ ਆਖਿਆ, ਅਤੇ ਸੈਫੁੱਲਾ ਛੇਤੀ ਨਾਲ ਮੰਜੀ ਤੋਂ ਡਬੂਸੀ ਮਾਰ ਕੇ ਜਾਜੀ ਕੋਲ ਜਾ ਖਲੋਤਾ। ਫਿਰ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗ ਪਿਆ, ਨੀ ਪ੍ਰਵੀਨ, ਨੀ ਪ੍ਰਵੀਨ ਆਪੀ, ਜਾਜੀ ਵਾਸਤੇ ਰੋਟੀ ਲਿਆ। ਇਹ ਕਦੋਂ ਦੀ ਭੁੱਖੀ ਏ? ਜਾਜੀ ਕਦੀ ਸੈਫੁੱਲਾ ਦੇ ਕੱਪੜੇ ਸੁੰਘਦੀ, ਕਦੀ ਉਹਦੇ ਮੂੰਹ ਨਾਲ ਮੂੰਹ ਲਾਉਂਦੀ ਅਤੇ ਸੈਫੁੱਲਾ ਨਾਲ ਲਾਡੀਆਂ ਕਰਦੀ। ਮਾਂ ਸੈਫੁੱਲਾ ਨਾਲ ਜਾਜੀ ਦਾ ਇਸ ਤਰ੍ਹਾਂ ਘੁੱਲ ਮਿਲ ਜਾਵਣ ਨੂੰ ਬਹੁਤ ਖਿੱਝਦੀ ਅਤੇ ਆਖਦੀ, ਵੇਖਣਾ ਪ੍ਰਵੀਨ, ਇਹ ਮੁੰਡਾ ਕੀ ਪਿਆ ਕਰਦਾ ਏ? ਇਹ ਆਪ ਵੀ ਪਲੀਤ ਹੋ ਗਿਆ ਏ ਅਤੇ ਆਪਣੇ ਸਾਰੇ ਲੀੜੇ ਵੀ ਪਲੀਤ ਕਰ ਬੈਠਾ ਏ। ਹੁਣ ਇਹ ਕੋਈ ਬਾਲ ਤਾਂ ਨਹੀਂ, ਅਗਲੇ ਮਹੀਨੇ ਮਾਸ਼ਾਅੱਲਾ ਪੂਰੇ 16 ਸਾਲ ਦਾ ਹੋ ਜਾਵੇਗਾ। ਨਾਲੇ ਜਿਸ ਘਰ ਵਿੱਚ ਵੀ ਕੁੱਤਾ ਹੋਵੇ ਉੱਥੇ ਰਹਿਮਤ ਦਾ ਫਰਿਸ਼ਤਾ ਨਹੀਂ ਆਉਂਦਾ। ਇਸ ਮੁੰਡੇ ਨੂੰ ਕੌਣ ਸਮਝਾਵੇ? ਪੜ੍ਹਿਆ ਲਿਖਿਆ ਜਾਹਲ ਬਣੀ ਬੈਠਾ ਹੈ। ਵੇ ਪੁੱਤ ਸੈਫੁੱਲਾ, ਛੱਡ ਇਸ ਕੁੱਤੇ ਦਾ ਖਹਿੜਾ, ਆ ਜਾ ਪਾਕ ਹੋ ਕੇ ਰੋਟੀ ਖਾ ਲੈ। ਆਉਂਦਾ ਹਾਂ ਮਾਂ। ਫਿਰ ਮੈਨੂੰ ਆਵਾਜ਼ਾਂ ਮਾਰ ਮਾਰ ਕੇ ਸਾਰਾ ਘਰ ਸਿਰ 'ਤੇ ਚਾ ਲੈਂਦਾ। ਨੀ ਪ੍ਰਵੀਨ ਆਪੀ, ਤੂੰ ਜਾਜੀ ਲਈ ਰੋਟੀ ਕਿਉਂ ਨਹੀਂ ਲਿਆਂਦੀ? ਵੇਖ ਜਾਜੀ ਨੂੰ ਕਿੰਨੀ ਭੁੱਖ ਲੱਗੀ ਏ, ਛੇਤੀ ਕਰ ਮੇਰੀ ਭੈਣ। ਇਹ ਕਹਿੰਦੇ ਕਹਿੰਦੇ
ਸਾਡੀਆਂ ਅੱਖਾਂ ਦੇ ਸਾਹਮਣੇ ਸੈਫੁੱਲਾ ਧੜਮ ਜ਼ਮੀਨ 'ਤੇ ਜਾ ਡਿੱਗਾ ਅਤੇ ਉਸ ਦੇ ਹੱਥ ਪੈਰ ਵਿੰਗੇ ਹੋ ਗਏ। ਉਸ ਦੇ ਮੂੰਹ ਵਿੱਚੋਂ ਝੱਗ ਨਿਕਲਣਾ ਸ਼ੁਰੂ ਹੋ ਗਈ। ਮਾਂ ਛੇਤੀ ਨਾਲ ਜੁੱਤੀ ਫੜ ਕੇ ਸੈਫੁੱਲਾ ਨੂੰ ਸੰਘਾਉਣ ਲਈ ਦੌੜੀ ਅਤੇ ਜਾਜੀ ਸੈਫੁੱਲਾ ਦਾ ਮੂੰਹ ਚੱਟ ਰਹੀ ਸੀ। ਉਹ ਕਦੀ ਸੈਫੁੱਲਾ ਦੇ ਪੈਰਾਂ ਨੂੰ ਅਤੇ ਕਦੀ ਉਸ ਦੇ ਕੱਪੜਿਆਂ ਨੂੰ ਸੁੰਘਦੀ ਅਤੇ ਉੱਚੀ ਉੱਚੀ ਅਸਮਾਨ ਵੱਲ ਮੂੰਹ ਕਰਕੇ ਭੌਂਕਦੀ। ਅਸੀਂ ਜਦੋਂ ਵੀ ਸੈਫੁੱਲਾ ਦੇ ਨੇੜੇ ਜਾਣ ਲੱਗਦੇ ਅਤੇ ਜਾਜੀ ਸਾਨੂੰ ਚੱਕ ਵੱਢਣ ਨੂੰ ਫਿਰਦੀ ਅਤੇ ਸੈਫੁੱਲਾ ਦੇ ਕੋਲ ਕਿਸੇ ਨੂੰ ਆਉਣ ਨਾ ਦਿੰਦੀ। ਉਹ ਕਿੰਨੇ ਹੀ ਚਿਰ ਆਪਣਾ ਮੂੰਹ ਅਸਮਾਨ ਵੱਲ ਕਰਕੇ ਅਜੀਬੋ ਗਰੀਬ ਕਿਸਮ ਦੀਆਂ ਆਵਾਜ਼ਾਂ ਕੱਢਦੀ ਅਤੇ ਕਦੀ ਸੈਫੁੱਲਾ ਦੇ ਕੱਪੜੇ ਸੁੰਘਦੀ ਰਹੀ। ਅਸੀਂ ਪਹਿਲੀ ਵਾਰੀ ਜਾਜੀ ਨੂੰ ਐਡਾ ਗੁੱਸੇ ਵਿੱਚ ਵੇਖਿਆ ਸੀ। ਉਹ ਹੁਣ ਕਿਸੇ ਨੂੰ ਸੈਫੁੱਲਾ ਕੋਲ ਆਉਣ ਹੀ ਨਹੀਂ ਸੀ ਦੇ ਰਹੀ, ਜਿਵੇਂ ਅਸੀਂ ਸੈਫੁੱਲਾ ਦੇ ਦੁਸ਼ਮਣ ਹਾਂ। ਫਿਰ ਸਾਡੀਆਂ ਅੱਖਾਂ ਨੇ ਇੱਕ ਹੋਰ ਅਜੀਬ ਮੰਜ਼ਰ ਤੱਕਿਆ ਅਤੇ ਮੈਂ ਮਾਂ ਦੇ ਨਾਲ ਲੱਗ ਕੇ ਉੱਚੀ ਉੱਚੀ ਰੋਣ ਲੱਗ ਪਈ। ਮੇਰੇ ਰੋਣ ਦੀ ਆਵਾਜ਼ ਸੁਣ ਕੇ ਆਂਢ ਗੁਆਂਢ ਇਕੱਠੇ ਹੋ ਗਏ, ਕਿਉਂ ਜੇ ਜਾਜੀ ਸੈਫੁੱਲਾ ਨੂੰ ਸੁੰਘਦੇ ਹੋਈ ਜ਼ਮੀਨ 'ਤੇ ਉਂਝੀ ਜਾ ਡਿੱਗੀ ਜਿਵੇਂ ਸੈਫੁੱਲਾ ਡਿੱਗਦਾ ਸੀ। ਅਤੇ ਫਿਰ ਕੁਝ ਚਿਰ ਬਾਅਦ ਸੈਫੁੱਲਾ ਆਪਾ ਹੀ ਉੱਠ ਖਲੋਤਾ, ਪਰ ਜਾਜੀ ਨਾ ਉੱਠ ਸਕੀ। ਉਹ ਸੈਫੁੱਲਾ ਤੋਂ ਭੁੱਖੀ ਤਰਿਆਈ ਆਪਣੀ ਜਾਨ ਵਾਰ ਗਈ। ਇਸ ਦਿਨ ਤੋਂ ਬਾਅਦ ਮੇਰੇ ਵੀਰ ਸੈਫੁੱਲਾ ਨੂੰ ਕਦੀ ਮਿਰਗੀ ਦਾ ਦੌਰਾ ਨਹੀਂ ਪਿਆ।